ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅੱਜ ਅਸੀਂ ਫਿਰ ਸਿਆਸੀ ਬੈਠਕ ਦੇ ਨਾਲ ਹਾਜ਼ਰ ਹਾਂ। ਮੇਰੇ ਨਾਲ ਬਾਬਰ ਸ਼ੇਰ ਕਾਂਜੂ ਸਾਹਿਬ ਨੇ, ਅਜ਼ਹਰ ਹੁਸੈਨ ਸਾਹਿਬ ਨੇ। ਤੇ ਜੈਸਾ ਕਿ ਤੁਹਾਨੂੰ ਸਾਰਿਆਂ ਨੂੰ ਮਾਲੂਮ ਹੈ ਕਿ ਜਿਹੜੇ 2024 ਦੇ ਇਲੈਕਸ਼ਨ ਹੋਏ ਨੇ ਉਹਦੇ ਵਿੱਚ ਬੜੇ ਬੜੇ ਬੁਰਜ ਉਲਟੇ ਨੇ, ਬੜੇ ਬੜੇ ਅਪਸੈਟ ਹੋਏ ਨੇ। ਇਸੇ ਤਰ੍ਹਾਂ ਸਾਡੇ ਐਨਏ 67 ਤੇ ਪੀਪੀ 37, 38 ਔਰ 39 ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਹੈ। ਤੇ ਉਹਦੇ ਤੇ ਅੱਜ ਅਸੀਂ ਥੋੜੀ ਜਿਹੀ ਬਹਿਸ ਕਰਨ ਵਾਸਤੇ ਬੈਠੇ ਹਾਂ। ਤੇ ਜੀ ਕਾਂਜੂ ਸਾਹਿਬ ਜ਼ਰਾ ਦੱਸੋ ਕਿਹੜੇ ਕਿਹੜੇ ਰਿਜ਼ਲਟ ਨੇ ਤੁਹਾਡੇ ਕੋਲ? बिस्मिल्लाहिर्रहमानिर्रहीम जी। बाबा मीर तबस्सुम साहब ਤੇ ਅਜ਼ਹਰ ਸਾਹਿਬ ਦਾ ਸ਼ੁਕਰੀਆ ਅਦਾ ਕਰਨੇ ਜਿਨ੍ਹਾਂ ਅੱਜ ਫਿਰ ਸਾਨੂੰ ਟਾਈਮ ਦਿੱਤਾ ਹੈ। ਤੇ ਅੱਜ ਅਸੀਂ ਥੋੜੀ ਜਿਹੀ ਮੁਖਤਸਰ ਗੁਫ਼ਤਗੂ ਕਰਨੇ ਕਿ ਹਲਕਾ ਐਨਏ 67 ਦੇ ਹਵਾਲੇ ਨਾਲ ਇਹਦਾ ਜਿਹੜਾ 475 ਪੋਲਿੰਗ ਸਟੇਸ਼ਨ ਦਾ ਰਿਜ਼ਲਟ ਆ ਗਿਆ। ਉਹਦੇ ਵਿੱਚ ਕਾਫੀ ਲੀਡ ਨਾਲ ਜਿਹੜੀ ਹੈ ਨਾ ਅਨੇਕਾ ਮਹਿੰਦੀ ਹਸਨ ਪੱਟੀ ਉਹ ਕਾਮਯਾਬ ਵਾਲੀ ਕਰਾਰ ਪਾਇਆ, ਲੇਕਿन 619 ਟੋਟਲ ਪੋਲਿੰਗ ਸਟੇਸ਼ਨ ਨੇ ਉਹ ਫਿਰ ਹਾਲੀ ਹੋ ਸਕੇ ਕੱਲ ਤੱਕ ਵੀ ਰਿਜ਼ਲਟ ਆਵੇ। ਤੇ ਉਸ ਤੋਂ ਬਾਅਦ ਬਾਬਾ ਜੀ ਅਸੀਂ ਗੱਲ ਕਰਨੇ ਹਲਕਾ ਪੀਪੀ 38 ਹਾਫਜ਼ਾਬਾਦ 2 ਉਹਦੇ ਵਿੱਚ ਵੀ ਹਾਲੇ ਤੱਕ ਜਿਹੜਾ ਸੈਟਅਪ ਹੈ ਉਹ ਹਾਲੇ ਤੱਕ ਗਿਣਤੀ ਦਾ ਅਮਲ ਦਰਖਾਸਤ ਅਮਲ ਸ਼ੱਕ ਸ਼ਬੂਬ ਦੀ ਬੁਨਿਆਦ ਤੇ ਹਾਲੇ ਕਰਾਰ ਦਿੱਤਾ ਗਿਆ। ਗਿਣਤੀ ਦੁਬਾਰਾ ਹੋਣੀ। ਹਾਂ, ਗਿਣਤੀ ਦੁਬਾਰਾ ਹੋਣੀ ਹੈ। ਤੇ ਹਲਕਾ ਪੀਪੀ 37 ਜਲਾਲਪੁਰ ਭੱਟੀਆਂ ਦੇ ਹਵਾਲੇ ਨਾਲ ਅਸੀਂ ਅੱਜ ਗੁਫ਼ਤਗੂ ਕਰਨੇ ਆ, ਲੇਕਿਨ ਤੁਹਾਨੂੰ ਦੱਸਣੇ ਆ ਕਿ ਉਸ ਤੋਂ ਪਹਿਲੇ 8 ਫਰਵਰੀ ਦੇ ਗਿਣਤੀ ਸ਼ਾਮ 5 ਵਜੇ ਤੱਕ ਜਿਹੜਾ ਨਾ ਉਸ ਦਾ ਨਤੀਜਾ ਹੈ ਜਾਂ ਰਿਜ਼ਲਟ ਹੈ ਆਵਾਮ ਦੀ ਜ਼ੁਬਾਨ ਤੇ ਲਫ਼ਜ਼ ਕੁਝ ਹੋਰ ਹੀ ਸਨ। ਬਈ ਅਕਾਬ ਥੋੜੇ ਦਾ ਜਲਾਲਪੁਰ ਤੋਂ ਜੇ ਹੈਡ ਕਾਦਰਵਾਦ ਤੋਂ ਲੀਡ ਲੈਂਦਾ ਹੋਇਆ ਥਾਣੇ ਸਦਰ ਦਾ ਜਿਹੜਾ ਚਾਜ਼ਾਲ ਅੱਡਾ ਹੈ ਉੱਥੇ ਜਾ ਕੇ ਆਪਣੀ ਪਰਵਾਜ਼ ਨੂੰ ਇਖਤਾਮ ਪਜ਼ੀਰ ਕਰੇਗਾ, ਕਾਫੀ ਲੀਡ ਲੈ ਕੇ ਜਾਵੇਗਾ। ਤੇ ਲੇਕਿਨ ਉਹ ਕੁਦਰਤ ਨੂੰ ਕੁਝ ਫੈਸਲਾ ਆਵਾਮ ਨੇ ਇਸ ਦਫਾ ਕੁਝ ਹੋਰ ਹੀ ਮਨਜ਼ੂਰ ਆਇਆ। ਤੇ ਮੀਆਂ ਸ਼ਾਹਿਦ ਹੁਸੈਨ ਭੱਟੀ ਸਾਹਿਬ ਇਸ ਪੂਰੇ ਹਲਕੇ ਦੇ ਵਿੱਚੋਂ 59,644 ਵੋਟ ਹਾਸਲ ਕੀਤੇ ਨੇ। ਚੌਧਰੀ ਅਸਦੁੱਲਾ ਅਰਾਈ ਦੂਸਰੇ ਨੰਬਰ ਤੇ ਰਹੇ ਨੇ, ਉਹਨਾਂ 41,800 ਵੋਟ ਹਾਸਲ ਕੀਤੇ ਨੇ। ਸ਼ਾਹੀਨ ਅਲਿਆ ਕੀਤੇ ਨੇ ਮਮੂਨ ਜਾਫਰ ਤਾਰਰ 38,935 ਵੋਟ ਹਾਸਲ ਕੀਤੇ ਨੇ। ਤੇ ਇਹ ਟੋਟਲ ਜਿਹੜੇ ਵੋਟ ਕਾਸਟ ਹੋਏ ਨੇ ਉਹ 1,40,381 ਵੋਟ ਟੋਟਲ ਹੋਏ ਨੇ। ਤੇ ਔਰ ਉਸ ਤੋਂ ਬਾਅਦ ਮੀਆਂ ਸ਼ਾਹਿਦ ਹੁਸੈਨ ਭੱਟੀ ਦੀ ਜਿਹੜੀ ਲੀਡ ਹੈ ਨਾ ਉਹ 17,846 ਵੋਟਾਂ ਤੋਂ ਲੀਡ ਉਹਨਾਂ ਮਾਰੀ ਹੈ ਹਾਸਲ ਕੀਤੀ ਹੈ, ਲੇਕਿਨ ਮਮੂਨ ਜਾਫਰ ਤਾਰਰ ਤੋਂ ਕਾਫੀ ਜ਼ਿਆਦਾ। ਤੇ ਬਾਬਾ ਜੀ ਤੁਸਾਂ ਤੇ ਕੱਲ ਅਸਾਂ ਤਿੰਨਾਂ ਤਕਰੀਬਨ ਪੋਲਿੰਗ ਸਟੇਸ਼ਨ ਵਿਜ਼ਿਟ ਕੀਤੇ ਨੇ, ਬਮਾ ਕੋਲੋ ਤਾਰੜ ਵੀ ਜਾ ਕੇ ਅਸਾਂ ਵਿਜ਼ਿਟ ਕੀਤਾ, ਰਸੂਲਪੁਰ ਵੀ। ਤੇ ਲੇਕਿਨ ਜਿਹੜੇ ਅਸੀਂ ਇੱਧਰ ਕੀਤਾ ਨੇ ਕੋਟ ਗਾਜ਼ੀ ਜਾਂ ਦੀਗਰ ਇਲਾਕਿਆਂ ਦੇ ਵਿੱਚ ਉਹਦੇ ਵਿੱਚ ਤੇ ਚਲੋ ਮੰਨੇ ਵੀ ਥਾਣਾ ਜਲਾਲਪੁਰ ਭੱਟੀਆਂ ਆਉਂਦਾ ਸੀ, ਸ਼ੇਰ ਦੀ ਆਵਾਜ਼ ਇੱਕ ਆਈ। ਜਿਸ ਟਾਈਮ ਅਸਾਂ ਰਸੂਲਪੁਰ ਤਾਰੜ ਕ੍ਰਾਸ ਕੀਤਾ ਉਸ ਟਾਈਮ ਕੰਡੀਸ਼ਨ ਕੀ ਆਈ ਤੇ ਹੁਣ ਕੀ ਰਿਜ਼ਲਟ ਕੀ ਆਏ ਤੋਂ ਜ਼ਰਾ ਵਜ਼ਾਹਤ ਕਰੋ ਕਿ ਸਾਡੇ ਨਾਲ। ਉਹ ਇਸੇ ਤਰ੍ਹਾਂ ਨੇ ਕਿ ਜੀ ਜਿਹੜੇ ਅਸਦੁੱਲਾ ਸਾਹਿਬ ਜਦੋਂ ਦੇ ਅਲੱਗਾ ਹੋ ਕੇ ਇਲੈਕਸ਼ਨ ਲੜਨ ਲੱਗੇ ਨਾ ਮੀਆਂ ਸ਼ਾਹਿਦ ਤੋਂ, ਜੀ ਉਹ ਅੱਗੇ ਵੀ ਤੀਸਰੇ ਨੰਬਰ ਤੇ ਆਏ ਸਨ। ਅੱਛਾ, ਇਸ ਦਫਾ ਉਹਨਾਂ ਦੇ ਨਾਲ ਇੱਕ ਮਜ਼ਬੂਤ ਧੜਾ ਸੀ ਪੀਟੀਆਈ ਦਾ, ਹਾਂਜੀ, ਇਸ ਵਜ੍ਹਾ ਤੋਂ ਉਹ ਦੂਸਰੇ ਨੰਬਰ ਤੇ ਚਲੇ ਗਏ ਨੇ। ਅੱਛਾ ਤੇ ਜਿਹੜੀ ਇੱਧਰ ਗੱਲ ਕਰਦੇ ਹੋ ਤਾਰੜ ਦੀ, ਜੀ, ਉਹ ਇੱਕ ਅਸੀਂ ਗੱਲ ਵੀ ਕੀਤੀ ਸੀ ਇੱਕ ਦਿਨ ਪਹਿਲੇ ਹਾਂਜੀ, ਕਿ ਅਸੀਂ ਮੋਡ ਵੋਟਰਾਂ ਦਾ ਦੇਖਿਆ ਕਿ ਉਹ ਕਹਿੰਦੇ ਨੇ ਵੀ ਜੇ ਤਾਰੜ ਹੋ ਸਕਦੀ ਹੈ ਤੇ ਪੱਟੀ ਵੀ ਹੋ ਸਕਦੀ ਹੈ, ਕਿਉਂਕਿ ਗੁਜ਼ਸ਼ਤਾ ਇਲੈਕਸ਼ਨ ਦੇ ਵਿੱਚ ਉਹ ਬਣੀ ਕਿ ਤਾਰੜ ਸਾਈਡ ਰਸੂਲਪੁਰ ਸੋਲੰਗੀ ਉੱਥੇ ਸਹਿਰਾ ਤਾਰੜ ਨੂੰ ਵੋਟ ਮਿਲਿਆ ਸੀ ਤੇ ਥੱਲੇ ਵਾਲਾ ਜਿਹੜਾ ਮਮੂਨ ਨੂੰ ਵੋਟ ਮਿਲਿਆ ਸੀ। ਇਸ ਦਫਾ ਉਹ ਰੂਟੀਨ ਜ਼ਰਾ ਮੁਖਤਲਿਫ ਹੋਈ ਹੈ। ਮੀਆਂ ਸ਼ਾਹਿਦ ਹੁਸੈਨ ਨੂੰ ਵੋਟ ਜਿਹੜਾ ਨਾ ਆਪਣੇ ਤੌਰ ਤੇ ਬੰਦਿਆਂ ਨੇ, ਭੱਟੀ ਬਰਾਦਰੀ ਨੇ ਖਾਸ ਕਰ, ਉਹਨਾਂ ਨੇ ਆਪਣੀ ਬਰਾਦਰੀ ਨਿਭਾਈ ਹੈ। ਜਿਸ ਤਰ੍ਹਾਂ ਤਾਰੜ ਨਿਭਾਉਂਦੇ ਨੇ ਉਹਨਾਂ ਨੇ ਆਪਣੀ ਨਿਭਾ ਲਈ ਹੈ। ਤੇ ਪਹਿਲੀ ਦਫਾ ਮੀਆਂ ਸ਼ਾਹਿਦ ਹੁਸੈਨ ਜਿਹੜੇ ਨੇ ਜਨਰਲ ਇਲੈਕਸ਼ਨ ਦੇ ਵਿੱਚ ਇਹ ਕਾਮਯਾਬ ਹੋਏ ਨੇ। ਅਸੀਂ ਮੀਆਂ ਸ਼ਾਹਿਦ ਸਾਹਿਬ ਨੂੰ ਬਮਾ ਅਜ਼ਹਰ ਸਮੇਤ ਅਸੀਂ ਮੁਬਾਰਕਬਾਦ ਦਿੰਦੇ ਹਾਂ ਉਹਨਾਂ ਨੂੰ ਤੇ ਪੂਰੇ ਹਲਕੇ ਨੂੰ ਅਸੀਂ ਮੁਬਾਰਕਬਾਦ ਪੇਸ਼ ਕਰਨੇ ਆ ਵੀ ਉਹਨਾਂ ਇਲੈਕਸ਼ਨ ਜਨਰਲ ਇਲੈਕਸ਼ਨ ਪਹਿਲੀ ਦਫਾ ਵਿਨ ਕੀਤਾ ਤੇ ਕੀਤਾ ਵੀ ਉਹਨਾਂ ਸਹੀ ਟਾਪ ਦਾ। ਲੇਕਿਨ ਕੋਈ ਅਸੀਂ ਆਂਦੇ ਚਲੋ ਤਾਂਦਲੀ ਮੈਂ ਸ਼ੱਕ ਨਹੀਂ ਕਿਉਂ ਅਸੀਂ ਰਿਜ਼ਲਟ ਅਨਾਉਂਸ ਕਰਦੇ ਰਹੇ ਨਾਲੋਂ ਨਾਲ ਤੁਹਾਡੀ ਆਵਾਮ ਦੇ ਸਾਹਮਣੇ ਵੀ ਅਸੀਂ ਇਸੇ ਫੇਸਬੁੱਕ ਪੇਜ ਤੇ ਕਰਦੇ ਰਹੇ। ਤੇ ਅੱਛਾ ਇਹ ਕਿਹੜਾ ਹਲਕਾ ਦਿਲਚਸਪ ਨਹੀਂ ਮੁਕਾਬਲਾ ਹੋਇਆ। ਬਿਲਕੁਲ। ਤੇ ਕਿਹੜੇ ਉਕਾਬ ਵਾਲੇ ਆਂਦੇ ਆ ਵੀ ਸਾਡੀ ਤੇ ਲੀਡ ਵੀ 1000 ਤੋਂ ਸ਼ੁਰੂ ਹੋਣੀ ਹੈ ਤੇ ਥਾਣਾ ਵਨੀਕਾ ਤੇ ਥਾਣਾ ਸਦਰ ਨੂੰ ਅਜ਼ਹਰ ਸਾਹਿਬ ਇਹ ਦੱਸੋ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਸਭ ਤੋਂ ਪਹਿਲੇ ਤਾਂ ਮੀਆਂ ਸ਼ਾਹਿਦ ਹੁਸੈਨ ਭੱਟੀ ਸਾਹਿਬ ਨੂੰ ਜਿਹੜੀ ਉਹਨਾਂ ਮਿਹਨਤ ਕੀਤੀ ਹੈ ਅੱਲਾਹ ਤਾਲਾ ਨੇ ਉਹਨਾਂ ਨੂੰ ਸਿਲਾ ਦਿੱਤਾ ਔਰ ਸਾਡੀ ਟੀਮ ਦੀ ਤਰਫੋਂ ਉਹਨਾਂ ਨੂੰ ਖਾਸ ਕਰ ਮੀਡੀਆ ਉਸ ਪੂਰੀ ਟੀਮ ਜਿਹੜੀ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦੀ ਹੈ।
ਅੱਲਾਹ ਤਾਲਾ ਉਹਨਾਂ ਨੂੰ ਇਹ ਜਿੱਤ ਕੇ ਤੇ ਆਵਾਮ ਨੇ ਜਿਹੜੀ ਉਮੰਗਾਂ ਨਾਲ ਖਾਹਿਸ਼ਾਤ ਨਾਲ ਉਹਨਾਂ ਨੂੰ ਵੋਟ ਦਿੱਤਾ ਵੇ, ਬਿਲਕੁਲ ਅੱਲਾਹ ਕਰੇ ਉਸ ਉਹਨਾਂ ਦੀ ਤਵੱਕੁਆਤ ਤੇ ਉਹ ਇਨਸ਼ਾਅੱਲਾ ਇਸ ਦਫਾ ਜ਼ਰੂਰ ਪੂਰਾ ਕਰਨਗੇ, ਇਨਸ਼ਾਅੱਲਾ। ਕਿਉਂਕਿ ਜਿਤਨੀ ਉਹਨਾਂ ਨੂੰ ਮਿਹਨਤ ਕਰਨੀ ਪਈ ਹੈ ਇਸ ਦਫਾ ਆਪਣੇ ਹਲਕੇ ਦੇ ਵਿੱਚ, ਉਸ ਚੀਜ਼ ਦਾ ਉਹਨਾਂ ਨੂੰ ਆਵਾਮ ਨੇ ਸਿਲਾ ਦੇ ਦਿੱਤਾ ਵੇ। ਹੁਣ ਵਾਪਸੀ ਆਵਾਮ ਉਹਨਾਂ ਵਾਸਤੇ ਕਾਫੀ ਸਾਰੀ ਉਹਨਾਂ ਕੋਲੋਂ ਤਵੱਕੁਆਤ ਰੱਖਦੀ ਹੈ ਕਿ ਜਿਵੇਂ ਕਿ ਉਹਨਾਂ ਇਲੈਕਸ਼ਨ ਵਿੱਚ ਭਰਪੂਰ ਆਵਾਮ ਦਾ ਖਿਆਲ ਰੱਖਿਆ ਵੇ, ਆਵਾਮ ਦੇ ਨਾਲ ਰਹੀਏ, ਉਹ ਇਨਸ਼ਾਅੱਲਾ ਆਵਾਮ ਦਾ ਵੀ ਜਿਹੜਾ ਉਹ ਹੈ ਵੇ ਉਹਨਾਂ ਦੀ ਉਮੀਦਾਂ ਤੇ ਪੂਰਾ ਉਤਰਨਗੇ ਸਾਨੂੰ ਬੜਾ ਹਲਕੇ ਦੇ ਕੰਮ ਕਰਵਾਉਣਗੇ ਉਹ ਜ਼ਰੂਰ। ਔਰ ਉੱਤੇ ਅਗਰ ਉਹਨਾਂ ਦੀ ਵਫਾਕ ਦੇ ਵਿੱਚ ਅਗਰ ਹੁਕੂਮਤ ਆਉਂਦੀ ਹੈ, ਪੰਜਾਬ ਦੇ ਵਿੱਚ ਹੁਕੂਮਤ ਆਉਂਦੀ ਹੈ, ਤੇ ਇਹ ਇੱਕ ਮੀਆਂ ਸਾਹਿਬ ਦੇ ਕੋਲ ਐਡਵਾਂਟੇਜ ਹੋਏਗਾ ਆਪਣੇ ਹਲਕੇ ਨੂੰ ਮਜ਼ੀਦ ਸੰਵਾਰਨ ਦਾ, ਆਪਣੇ ਇਲਾਕੇ ਦੇ ਮਸਾਇਲ ਨੂੰ ਬਿਹਤਰ ਤਰੀਕੇ ਨਾਲ ਹੱਲ ਕਰਨ ਦਾ। ਹੁਣ ਅਸੀਂ ਇਹ ਗੱਲ ਕਰਨੇ ਆ ਕਿ ਜਿਹੜਾ ਹਲਕਾ PP 37 ਹੈ ਉਹਦੇ ਵਿੱਚ ਮਮੂਨ ਜਾਫਰ ਤਾਰੜ ਬਿਲਕੁਲ ਇੱਕ ਮਜ਼ਬੂਤ ਕੈਂਡੀਡੇਟ ਸੀ, ਲੇਕਿਨ ਇਲੈਕਸ਼ਨ ਤੋਂ 10 ਦਿਨ ਪਹਿਲੇ ਜਿਹੜਾ ਅਸੀਂ ਸਰਵੇ ਵੇਖਿਆ ਉਹਦੇ ਵਿੱਚ ਚੌਧਰੀ ਅਸਦੁੱਲਾ ਰਾਈ ਜਿਹੜਾ ਉਹ ਫੇਵਰਟ ਜਾ ਰਿਹਾ ਸੀ। ਤੋ ਸਾਡਾ ਤਾਂ ਇਹ ਐਨਾਲਿਸਿਸ ਸੀ ਕਿ ਪਹਿਲੇ ਦਿਨ ਤੋਂ ਅਸੀਂ ਸਮਝਦੇ ਪਏ ਹਾਂ ਕਿ ਮੀਆਂ ਸ਼ਾਹ ਹੁਸੈਨ ਜਿਵੇਂ ਮਿਹਨਤ ਕਰ ਰਹੇ ਨੇ, ਆਪਣੇ ਉਹਨਾਂ ਦੇ ਬੱਚੇ ਕਰ ਰਹੇ ਨੇ, ਉਹਨਾਂ ਦੇ ਜਿਹੜੀ ਬਰਾਦਰੀ ਦੇ ਲੋਕ ਨੇ ਦੂਸਰੇ, ਉਹ ਵੀ ਅੱਛੀ ਉਹਨਾਂ ਨੇ ਮਿਹਨਤ ਕੀਤੀ ਹੈ। ਤੋ ਇਸ ਹਿਸਾਬ ਨਾਲ ਅਸੀਂ ਸਮਝਦੇ ਸੀ ਕਿ ਮੀਆਂ ਸ਼ਾਹ ਹੁਸੈਨ ਇਸ ਦਫਾ ਯਕੀਨਨ ਵਿਨ ਕਰੇਗਾ। ਫਿਰ ਇੱਕ ਮੀਆਂ ਸਾਹਿਬ ਦੇ ਨਾਲ ਹੋਰ ਜਿਹੜੀ ਇੱਕ ਚੀਜ਼ ਲੱਗ ਗਈ ਸੀ ਉਹ ਇਹ ਸੀ ਕਿ ਮੀਆਂ ਸਾਹਿਬ ਜ਼ਿਮਨੀ ਵਿੱਚ ਜਿੱਤੇ ਨੇ, ਆਪਣੇ ਤੌਰ ਤੇ ਉਹਨਾਂ ਇਲੈਕਸ਼ਨ ਅੱਜ ਤੱਕ ਨਹੀਂ ਜਿੱਤਿਆ, ਔਰ ਉਹ ਚੀਜ਼ ਉਹਨਾਂ ਨੇ ਗਲਤ ਅਸਰ ਸਾਬਤ ਕਰ ਦਿੱਤਾ ਕਿ ਕਿਸੇ ਵੀ ਧੜੇ ਦੀ ਜਾਂ ਕਿਸੇ ਵੀ ਮਤਲਬ ਜਿਵੇਂ ਕਿ ਚੌਧਰੀ ਮਹਿਦੀ ਹਸਨ ਨੇ ਜਾਂ ਕੋਲੋਂ ਤਾਰੜ ਨੇ, ਇਹ ਧੜਿਆਂ ਤੋਂ ਹਟ ਕੇ ਮੀਆਂ ਸ਼ਾਹ ਹੁਸੈਨ ਨੇ ਆਪਣੀ ਮਿਹਨਤ ਕਰਕੇ ਇਸ ਦਫਾ ਯਕੀਨਨ ਇਲੈਕਸ਼ਨ ਇੱਕ ਬੜਾ ਅਪਸੈਟ ਵਿਖਾਇਆ ਵੇ। ਤੇ ਲੋਕਾਂ ਨੂੰ ਇਸ ਚੀਜ਼ ਦੀ ਇਹਨਾਂ ਨੂੰ ਨਹੀਂ ਸੀ ਤਵੱਕੁਆਤ ਜਾਂ ਬਈ PP 37 ਦੇ ਵਿੱਚ ਮੀਆਂ ਸ਼ਾਹ ਹੁਸੈਨ ਇਤਨੀ ਲੀਡ ਨਾਲ ਇਤਨੇ ਮਾਰਜਨ ਨਾਲ ਜਿੱਤਣਗੇ, ਉਹ ਵੀ ਉਹਨਾਂ ਨੇ ਸਾਬਤ ਕੀਤਾ ਵੇ। ਤੇ ਇਹਦੇ ਤੋਂ ਦੋ ਚੀਜ਼ਾਂ ਹੋਰ ਵੀ ਸਾਬਤ ਹੋਈਆਂ ਨੇ। ਇੱਕ ਤੇ ਆਮ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ 1967 ਦੇ ਵਿੱਚ ਨਵਾਂ ਚਿਹਰਾ ਆਇਆ ਅਨੀਕਾ ਮਹਿਦੀ ਭੱਟੀ, ਉਹਦੀ ਜ਼ਿਆਦਾ ਜਿਹੜੀ ਹੈ ਨਾ ਉਹਨੂੰ ਜ਼ਿਆਦਾ ਜਿਹੜੀ ਅਵਲੀਅਤ ਮਿਲੀ ਹੈ, ਜ਼ਿਆਦਾ ਵੋਟ ਮਿਲੇ ਨੇ, ਅਹਿਮੀਅਤ ਜ਼ਿਆਦਾ ਹੋਈ ਹੈ। ਮੀਆਂ ਸਾਹਿਬ ਤੇ ਪੁਰਾਣੇ ਨੇ ਸਿਆਸਤਦਾਨ, ਇਹ ਵੀ ਇੱਕ ਚੀਜ਼ ਗਲਤ ਸਾਬਤ ਹੋ ਗਈ ਕਿ ਨਵੇਂ ਚਿਹਰੇ ਨੂੰ ਪਸੰਦ ਕੀਤਾ ਜਾਂਦਾ। ਮੀਆਂ ਸਾਹਿਬ ਤੇ ਬੜੇ ਪੁਰਾਣੇ ਨੇ ਸਿਆਸਤਦਾਨ, ਲੇਕਿਨ ਉਹਨਾਂ ਨੂੰ ਜਿਹੜੀ ਆਵਾਮ ਨੇ ਮੁਹੱਬਤ ਦਿੱਤੀ ਹੈ ਨਾ, ਇਹ ਵੀ ਇੱਕ ਅਜੀਬ ਹੋਈ ਹੈ। ਤੇ ਅਸਦੁੱਲਾ ਸਾਹਿਬ ਜਿਹੜੇ ਨੇ ਜਦੋਂ ਤੇ ਅਲੱਗਾ ਹੋ ਕੇ ਇਲੈਕਸ਼ਨ ਲੜਿਆ, ਉਹ ਪਹਿਲੀ ਦਫਾ ਉਹ ਦੂਸਰੇ ਨੰਬਰ ਤੇ ਆਏ ਨੇ, ਉਹ ਇਹਦੀ ਵਜ੍ਹਾ ਤੋਂ ਕਿ ਉਹਨਾਂ ਨਾਲ ਇੱਕ ਮਜ਼ਬੂਤ ਧੜਾ ਸੀ। ਕੁਝ ਦਿਨ ਪਹਿਲੇ ਅਸੀਂ ਇੱਕ ਫਾਤਿਹਾ ਤੇ ਬੈਠੇ ਸੀ ਤੇ ਉੱਥੇ ਕੋਈ ਦੋਸਤਾਂ ਸਾਨੂੰ ਪੁੱਛਿਆ ਵੀ ਕੋਈ ਤਬਸਰਾ ਸਿਆਸਤ ਤੇ ਯਾਦ ਜੇ ਬਾਬਾ ਜੀ? ਹਾਂਜੀ। ਤੋ ਅਸੀਂ ਉੱਥੇ ਬਾਬਾ ਜੀ ਨੇ ਤੇ ਇਹੀ ਆਖਿਆ ਵੀ ਮੇਰਾ ਖਿਆਲ ਹੈ ਕਿ ਸਾਡੇ ਕੋਲੋਂ ਤੁਸੀਂ ਨਾ ਹੀ ਕਰਵਾਓ, ਕਿਉਂਕਿ ਅਸੀਂ ਇਹੀ ਗੱਲ ਕੀਤੀ ਸੀ ਕਿ ਮੀਆਂ ਸ਼ਾਹ ਹੁਸੈਨ ਪਹਿਲੇ ਨੰਬਰ ਤੇ, ਦੂਜੇ ਤੇ ਚੌਧਰੀ ਅਸਦੁੱਲਾ ਯਕੀਨਨ। ਬੰਦਿਆਂ ਇਹ ਆਖਿਆ ਵੀ ਨਹੀਂ, ਮਾਮੂਨ ਸਾਹਿਬ ਦੂਜੇ ਤੇ ਜਾਂ ਪਹਿਲੇ ਨੰਬਰ ਤੇ ਆ ਰਹੇ ਨੇ, ਬਾਕੀ ਅਸਦੁੱਲਾ ਰਾਈ ਕਿਰਾਈਓ ਦੂਰ ਅਸਦੁੱਲਾ ਦੀ ਗੱਲ ਹੀ ਨਹੀਂ, ਅਸਦੁੱਲਾ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਲੇਕਿਨ ਉਹ ਅਸਦੁੱਲਾ ਦੇ ਵੋਟ ਜਾਂ ਸਾਡੇ ਸਾਹਮਣੇ ਜਿਹੜਾ ਫਿਗਰ ਪਿਆ ਆ ਉਸ ਹਿਸਾਬ ਨਾਲ ਤਾਂ ਅਸਦੁੱਲਾ ਸਾਹਿਬ ਨੇ ਕਾਫੀ ਸਾਰੇ ਵੋਟ ਮਾਮੂਨ ਤੋਂ ਬਿਹਤਰ ਲਏ ਨੇ। ਔਰ ਉਸ ਤੋਂ ਇਲਾਵਾ ਜਿਹੜਾ PP 37 ਦੇ ਵਿੱਚ ਇੱਕ ਨਵਾਂ ਆਇਆ ਵੇ ਅਪਸੈਟ ਕਿ ਮੀਆਂ ਸ਼ਾਹ ਹੁਸੈਨ ਨੇ ਭਾਰੀ ਮਾਰਜਨ ਨਾਲ ਆਪਣੀ ਜਨਰਲ ਇਲੈਕਸ਼ਨ ਦੇ ਵਿੱਚ ਆਪਣੀ ਸੀਟ ਕੱਲਿਆਂ ਵਿਨ ਕੀਤੀ ਹੈ। ਔਰ ਕਿਤਨੇ ਐਸੇ ਹਲਕੇ ਨੇ ਜਿਹੜੇ ਕਿਤਨੇ ਐਸੇ ਪਿੰਡ ਨੇ ਜਾਂ ਜਿਤਨੇ ਐਸੇ ਪੋਲਿੰਗ ਸਟੇਸ਼ਨ ਨੇ ਜਿੰਦੇ ਤੇ ਮੀਆਂ ਸ਼ਾਹ ਹੁਸੈਨ ਦੀ ਲੀਡ ਬਹੁਤ ਜ਼ਿਆਦਾ ਨਿਕਲੀ ਹੈ ਤੇ ਮੁਖਾਲਫੀਨ ਦੇ 5-5 7-7 ਵੋਟ ਨਿਕਲੇ ਨੇ। ਲੇਕਿਨ ਜ਼ਿਲ੍ਹਾ ਹਫਜ਼ਾਬਾਦ ਨੇ ਇੱਕ ਗੱਲ ਸੱਚ ਸਾਬਤ ਕਰ ਦਿੱਤੀ ਹੈ ਕਿ ਭੱਟੀ ਨੇ ਭੱਟੀ ਵੀ ਐਨ ਤੇ ਤਾਰੜ ਦੇ ਇੱਕ ਹੋਰ ਵੀ ਧੜੇ ਤੋਂ ਬਗੈਰ ਸਿਆਸਤ ਮੇਰੀ ਯਕੀਨੀਅਨ ਇਹ ਤਸਵਰ ਆਵਾਮ में चाहे शायद ममून सीट जीत जाएगा, मगर ममून जीत गया ना दूसरा धड़िया ते पानी फेर एक चीज ਇਹ ਸਾਬਤ ਹੋਈ ਹੈ ਕਿ ਸਾਡੇ ਕੋਲ ਤੀਸਰਾ ਧੜਾ ਹਲੇ ਬਣਨ ਦੀ ਨਾ ਕੋਈ ਗੁੰਜਾਇਸ਼ ਹੈ ਹੀ ਨਹੀਂ। ਦੋ ਧੜੇ ਚੱਲਣਗੇ,
ਅਫਜ਼ਲ ਤਾਰੜ ਦਾ ਤੇ ਮਹਿਦੀ ਪੱਟੀ ਦਾ, ਉਹ ਹੀ ਧੜੇ, ਦੋ ਹੀ ਧੜੇ ਚੱਲੇ ਨੇ। ਅਗਰ ਮਮੂਨ ਕਾਮਯਾਬ ਹੋ ਫਿਰ ਜਾਂਦਾ ਤੀਸਰਾ ਧੜਾ ਵਜੂਦ ਚ ਆ ਕਾਮਯਾਬ ਜਾਣਾ। ਹੈ, ਲੇਕਿਨ ਹੁਣ ਉਹ ਵੀ ਪਾਣੀ ਫਿਰ ਗਏ ਤੇ ਹਾਂਜੀ। ਹੁਣ ਜਿਹੜੇ ਮੂਵੇਂ ਗਰੁੱਪਾਂ ਚ ਹੁੰਦੇ ਆ ਹਾਂ ਉਹ ਵੀ ਹਮੇਸ਼ਾ ਕੋ ਜਿਹੜੇ ਕਦੀ ਬਿਆਨ ਇਹਦੇ ਨਾਲ ਹੁੰਦੇ ਆ ਸ਼ਾਇਦ ਨਾਲ ਅੱਗੋਂ ਦੀਨੇ ਮਮੂਨ ਨਾਲ ਹੁੰਦੇ ਆ ਤੇ ਬਣਾਉਂਦੀਆਂ ਉਮੀਦਾਂ ਤੇ ਨਹੀਂ ਨਹੀਂ, ਅਸੀਂ ਸਾਡੇ ਕਈ ਲਿਖਾਰੀ ਜਿਹੜੇ ਦੋਸਤ ਨੇ ਆਪਣੇ, ਉਹ ਕਾਫੀ ਤਾਸਰ ਦਿੰਦੇ ਸਨ ਕਿ ਮਮੂਨ ਨੇ ਲੀਡ ਲੈਣੀ ਹੈ, ਵੋਟ ਕਾਫੀ ਲੈਣੇ ਨੇ, ਸ਼ੁਰੂ ਹੋਣੀ ਹੈ। ਲੇਕਿਨ ਉਹ ਬਹੁਤ ਘੱਟ ਹੋਈ ਹੈ ਲੀਡ। ਸਾਡਾ ਇੱਕ ਤਬਸਰਾ PP 38 ਦੇ ਬਾਰੇ ਸੀ। ਹਾਂਜੀ ਹਾਂਜੀ, ਹੁਣ ਅਸੀਂ ਗੱਲ PP 38 ਦੇ ਹਵਾਲੇ ਨਾਲ ਕਰਨੇ ਆ ਜੀ। ਉੱਥੇ ਬੜਾ ਅਪਸੈਟ ਸੀ। ਉੱਥੇ ਤੇ ਮਾਇਆ ਨਾਜ਼ਰ ਸਾਹਿਬ ਮੁਕਾਬਲੇ ਹੀ ਉੱਥੇ ਜ਼ਮੀਰ ਹਸਨ ਨੇ ਜਿਹੜਾ ਮੁਕਾਬਲਾ ਕੀਤਾ ਉਹ ਕਿਸੇ ਦੇ ਵਹਿਮ ਗੁਮਾਨ ਚ ਹੀ ਨਹੀਂ ਸੀ। ਉਹ ਦੇਖ ਲਓ ਦੂਸਰੇ ਨੰਬਰ ਤੇ ਆ ਰਿਹਾ ਗੁਲਜ਼ਾਰ ਦਾ ਸਾਡਾ ਤਬਸਰਾ ਸੀ, ਬਲਕਿ ਸਾਡਾ ਜੋ ਅਵਾਮੀ ਹਲਕਿਆਂ ਚ ਜਿਸ ਤਰ੍ਹਾਂ ਮਸ਼ਹੂਰ ਹੋ ਗਿਆ ਸੀ ਕੰਮ, ਫਿਰ YouTube ਤੇ ਐਡ ਆਏ ਨੇ। ਅਸੀਂ ਸਮਝਦੇ ਸੀ ਮੀਡੀਆ ਤੇ ਆਏ ਹਾਂਜੀ ਕਿ ਸ਼ੇਖ ਗੁਲਜ਼ਾਰ ਯਕੀਨਨ ਵਿਨ ਕਰੇਗਾ ਔਰ 12 ਵਜੇ ਤੋਂ ਪਹਿਲੇ ਕਰੇਗਾ। ਹਾਂਜੀ, ਲੇਕਿਨ ਉਹ ਅਪਸੈਟ ਵੇਖਣੇ ਚ ਆਇਆ ਕਿ ਚੌਧਰੀ ਜ਼ਮੀਰ ਹਸਨ ਨੇ ਉਹਨਾਂ ਨੂੰ ਬੜੇ ਉਸ ਤੋਂ ਹਟ ਕੇ ਤੁਸੀਂ PP ਦੁਬਾਰਾ ਗਿਣਤੀ ਦਾ, ਤੁਸੀਂ ਉਸ ਤੋਂ ਹਟ ਕੇ PP 39 ਦਾ ਦੇਖ ਲਓ। ਹਾਂ PP ਸ਼ੁਰੂ ਦੇ ਦਿਨ ਤੋਂ ਉਹ ਜਿਹੜੇ ਲਿਆਕਤਬਾਜ਼ ਭੱਟੀ ਨੇ, ਮਹਿਦੀ ਭੱਟੀ ਦੇ ਭਾਈ ਨੇ, ਹੁੱਕੇ ਦਾ ਨਿਸ਼ਾਨ ਆਜ਼ਾਦ ਸਨ, ਉਹਨਾਂ ਨਾਲ ਸ਼ਮੂਲੀਅਤਾਂ ਵੀ ਕਾਫੀ ਹੋਈਆਂ ਨੇ, ਕਾਫੀ ਧੜੇ ਸ਼ਾਮਲ ਹੋਏ ਨੇ ਔਰ ਉਹਨੂੰ ਹਰ ਬੰਦਾ ਹੀ ਉਹਨਾਂ ਦਾ ਕਹਿੰਦਾ ਸੀ। ਲੇਕਿਨ ਮੈਂ ਇੱਕ ਗੱਲ ਸਮਝਣਾ ਕਾਂਜੂ ਸਾਹਿਬ ਕਿ ਲਿਆਕਤਬਾਜ਼ ਭੱਟੀ ਬੜਾ ਮਜ਼ਬੂਤ ਕੈਂਡੀਡੇਟ ਸ਼ੋ ਹੁੰਦਾ ਪਿਆ ਸੀ ਆਪਣੇ ਇਲੈਕਸ਼ਨ ਡੇ ਤੋਂ ਪਹਿਲੇ। ਹਾਂਜੀ, ਜਿਹੜਾ ਉਹਨਾਂ ਨੇ ਇੱਕ ਤਕਰੀਰ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਬੜੀ ਇੱਕ ਗੁਫ਼ਤਗੂ ਜਿਹੜੀ ਹੈ ਉਹ ਅਖਲਾਕੀਆਤ ਤੋਂ ਹਟ ਕੇ ਕੀਤੀ, ਉਹਦਾ ਪਿੰਡੀ ਦੀ ਗਜੂਰ ਆਵਾਮ ਜਿਹੜੀ ਹੈ ਨਾ ਉਹਨਾਂ ਨੇ ਯਕੀਨਨ ਅਸਰ ਲਿਆ ਵੇ। ਔਰ ਐਸਾ ਹੋਣਾ ਵੀ ਨਹੀਂ ਚਾਹੀਦਾ ਕਿ ਅਖਲਾਕੀਆਤ ਦੇ ਦਾਇਰੇ 'ਚ ਰਹਿ ਕੇ ਜਿਹੜੀ ਵੀ ਮੁਖਾਲਫਤ ਹੈ, ਤੁਸੀਂ ਸਿਆਸੀ ਮੁਖਾਲਫਤ ਰੱਖੋ, ਪਹਿਲੇ ਅਗਲੇ ਬੰਦੇ ਨੂੰ ਦੱਸੋ ਤੁਸੀਂ ਆਹ ਕਰਪਸ਼ਨ ਕੀਤੀ ਹੈ, ਤੁਹਾਡੇ ਇਹ ਕੰਮ ਨਹੀਂ ਸੀ ਠੀਕ, ਮੈਂ ਇਹ ਆਵਾਮ ਨੂੰ ਬਿਹਤਰ ਕਰਾਂਗਾ। ਲੇਕਿਨ ਅਗਰ ਤੁਸੀਂ ਜ਼ਾਤੀਆਤ ਤੇ ਆ ਕੇ ਕਿਸੇ ਨੂੰ ਗਾਲੀ ਗਲੋਚ ਦੀ ਸਿਆਸਤ ਨੂੰ ਹਮੇਸ਼ਾ ਪਿੰਡੀ ਭੱਟੀਆਂ ਜ਼ਿਲ੍ਹਾ ਹਾਫਸਾਬਾਦ ਦੀ ਆਵਾਮ ਨੇ ਰਿਜੈਕਟ ਕੀਤਾ। ਬਿਲਕੁਲ, ਤੇ ਇਹੀ ਵਜ੍ਹਾ ਸੀ ਕਿ ਅੱਜ ਲਿਆਕਤਬਾਜ਼ ਭੱਟੀ ਸਾਹਿਬ ਤੀਜੇ ਨੰਬਰ ਤੇ ਟੁਰ ਗਏ। ਦੂਜੇ ਪਾਸੇ ਵੇਖੋ ਨਾ, ਜਿਹੜੇ ਹੁਣ ਔਨ ਇੰਤਜ਼ਾਰ ਕਾਮਯਾਬ ਹੋਏ ਨੇ, ਇੱਕ ਤੇ ਉਹਨਾਂ ਕੋਲ ਟਿਕਟ ਨੋਨ ਲਿਖਦਾ ਸੀ, ਦੂਸਰੇ ਉਹ 4-5 ਦਫਾ ਉਹਨਾਂ ਦੇ ਵਾਲਦ ਮੁਸਲਸਲ ਜਿਹੜੇ ਨੇ MP ਰਹਿ ਚੁੱਕੇ ਨੇ, ਔਰ ਉਹ ਸ਼ਰਾਫਤ ਜਿਹੜੀ ਉਹਨਾਂ ਦੀ ਉਹ ਵੀ ਮਸ਼ਹੂਰ ਹੈ, ਇਖਲਾਕ ਸ਼ਰਾਫਤ। ਮੈਂ ਇਹ ਗੱਲ ਕਰਨਾ ਪੈ ਨਾਜ਼ਰੀਨ ਅੱਗੇ ਵੀ ਸਾਡਾ ਤਬਸਰਾ ਜਿਹੜਾ ਨਾ ਹਲਕਾ PP 39 ਗਲਤ ਸਾਬਤ ਹੋਇਆ। ਹਾਂਜੀ, ਲੇਕਿਨ ਗਲਤ ਹੋਇਆ, ਅਸੀਂ ਆਪ ਮੰਨੇ ਗਲਤ ਹੋਇਆ। ਗਲਤ ਕਿਵੇਂ ਹੋਇਆ? ਜਦੋਂ ਲਿਆਕਤਬਾਜ਼ ਭੱਟੀ ਪਹਿਲੇ ਦਿਨ ਵਿੱਚ ਨੂਨ ਲੀਗ ਸ਼ਮੂਲੀਅਤ ਕੀਤੀ ਮਾਡਲ ਟਾਊਨ ਜਾ ਕੇ, ਉਧਰ ਪ੍ਰੋਗਰਾਮ ਕੀਤਾ, ਉਹਦੇ ਵਿੱਚ ਸਾਨੂੰ ਕਾਫੀ ਪਜ਼ੀਰਾਈ ਮਿਲੀ ਵੀ ਲਿਆਕਤ ਨੂਨ ਦੀ ਟਿਕਟ ਤੋਂ ਵਿਨ ਕਰੇਗਾ। ਹਾਂਜੀ, ਦਿਨੇ 12 ਵਜੇ ਜਨਾਬ ਦਾ ਐਲਾਨ ਹੋ ਜਾਏਗਾ। ਲੇਕਿਨ ਉਹ ਟਿਕਟ ਨਾ ਮਿਲੀ, ਭੱਟੀ ਆ ਗਏ। ਭੱਟੀ ਆਉਣ ਨਾਲ ਆਂਦੇ ਆਏ ਅਸੀਂ ਜਾਂ ਤੁਸੀਂ ਤਬਸਰੇ ਵੀ ਭੱਟੀ ਤੇ ਗਏ, ਆ ਗਏ ਨੂਨ ਇਹ ਕਾਮਯਾਬ ਨਹੀਂ ਹੁੰਦੇ ਤੇ ਲਿਆਕਤ ਕਾਮਯਾਬ ਹੋਵੇਗਾ, ਲਿਆਕਤ ਹੋ ਗਿਆ, ਲਿਆਕਤ ਹੋਵੇਗਾ ਤੇ ਧੜੇ ਨਾਲ ਰਲ ਗਏ। ਸ਼ੁਐਬ ਸ਼ਾਹ ਪਿੰਡੀ ਵਾਲੇ ਰਾਹੀਂ ਦਿਗਰ ਐਂਟੀ ਭੱਟੀ ਗਰੁੱਪ ਇਹਨਾਂ ਨਾਲ ਰਲੇ, ਲੇਕਿਨ ਉਸ ਵੇਲੇ ਤੇ ਅਸੀਂ ਆਂਦੇ 12 ਵਜੇ ਗਿਆ, ਲੇਕਿਨ ਜਿਸ ਰਿਜ਼ਲਟ ਆਇਆ ਹੁੰਦਾ ਨਹੀਂ, ਤੁਸੀਂ ਉਹਦਾ ਕਮਰ ਜਵੇਦ ਗੁੱਜਰ ਸਾਹਿਬ ਦਾ ਦੇਖ ਲਓ। ਕਮਰ ਜਵੇਦ ਗੁੱਜਰ ਉਹ ਬਹੁਤ ਬੰਦੇ ਕਹਿੰਦੇ ਜੀ ਗੈਰ ਮਰੂਫ ਨੇ, ਇਹਨਾਂ ਨੂੰ ਵੋਟ ਇੰਨੇ ਮਿਲਣੇ ਹੀ ਨਹੀਂ, ਇਹਨਾਂ ਦਾ ਮੁਕਾਬਲਾ ਹੀ ਨਹੀਂ। ਅੱਛਾ ਵੇਖੋ ਬਾਬਾ ਜੀ ਨੇ ਵੋਟ ਕਿੰਨੇ ਲੈਣੇ? ਮੀਆਂ ਔਨ ਵੋਟ ਟੋਟਲ ਲੈਣੇ 41,866 ਹੈ। कमर जवेद गुज्जर ले 37,066 वोट है। लियाकत भट्टी 29,000 रुपया लेंदा, तीसरे नंबर ते लियाकत आ गई, बल्कि चौथे ते भी गए, पहले चौथे ते भी रहे। हां जी, ते जेड़े जिन्हां दी अहमियत एडे बंदे नहीं सी कहंदे ओ दूसरे नंबर ते आ गए, दूसरे ते आ गया। अच्छा कमर गुज्जर तो इन्हां लीड पे लेंदे ने औन 4800 दी, ते लियाकत तो लीड पे लेंदा 12,866 दी। लेकिन कांजू साहब ਇਹ तो ਇਹ ਵੀ ਸਾਬਤ ਹੋਇਆ ਕਿ ਪੀਟੀਆਈ ਦੇ ਵੋਟ ਜ਼ਿਲ੍ਹਾ ਹਫਜ਼ਾਬਾਦ ਦੇ ਵਿੱਚ ਮੌਜੂਦ ਨੇ। ਹਾਂਜੀ ਹਾਂਜੀ, ਨਹੀਂ ਯਕੀਨਨ ਕਮਰ ਜਵੇਦ ਗੁੱਜਰ ਦਾ मैं समझना वा कि 37,000 वोट लेना ਇਹਦੇ ਵਿੱਚ ਇੱਕ ਬੜਾ ਫੈਕਟ ਹੈ। ਉਹ ਪਹਿਲੀ ਦਫਾ ਇਲੈਕਸ਼ਨ ਵਿੱਚ ਆਏ ਨੇ, ਉਹਨਾਂ ਦਾ ਸਿਆਸਤ ਨਾਲ ਤਲਕ ਹੀ ਕੋਈ ਨਹੀਂ, ਖਾਸ ਕਰ ਚੌਧਰੀ ਮਹਿਦੀ ਹਸਨ ਭੱਟੀ ਗਰੁੱਪ ਦਾ ਵੀ ਬੜਾ ਇਹਦੇ ਵਿੱਚ। ਹਾਂਜੀ, ਮਹਿਦੀ ਹਸਨ ਭੱਟੀ ਦਾ ਇਸ ਹਵਾਲੇ ਨਾਲ ਆਪਣੇ ਮੀਡੀਆ ਹਾਊਸ ਗਰੁੱਪ ਨੂੰ ਮੀਆਂ ਔਨ ਇੰਤਜ਼ਾਰ ਭੱਟੀ ਸਾਹਿਬ ਨੂੰ ਔਰ ਭੱਟੀ ਖਾਨਦਾਨ ਨੂੰ ਮੁਬਾਰਕਬਾਦ ਦਿੰਦੇ ਆ ਕਿ ਉਹਨਾਂ ਇਹ ਪਹਿਲੀ ਦਫਾ ਇਲੈਕਸ਼ਨ ਵਿਨ ਕੀਤਾ। ਮੀਆਂ ਆਜ਼ਮ ਅਨਸਰ ਇਲੈਕਸ਼ਨ ਰਹੇ, ਉਹ ਵੀ ਪਹਿਲੀ ਦਫਾ ਵਿਨ ਕਰ ਗਏ, ਮੀਆਂ ਔਨ ਕਰ ਗਏ। ਮੀਆਂ ਇੰਤਜ਼ਾਰ ਜਿਹੜੇ 5 ਦਫਾ जिस तरह वैन गुमान भी ना भी मियां उन विन कर दिया। फिर एक और जे कि मियां इंतजार दे वालिद भी एमपी रहे, फिर मियां इंतजार खुद रहे, अगों हुण मियां इंतजार दे बेटे रहे ने, फिर मियां इंतजार दी जेड़ी बीवी है वो भी एमपी रहे ने। ये भी एक बड़ा उन्हां वास्ते इजाज़त ते। लेकिन हुण तस्लीम है
ਪਿੰਡੀ ਪੱਟੀਆਂ ਦਾ ਵੇਖੋ ਬਿਲਕੁਲ। ਗਰੁੱਪ ਵੀ ਨਾ ਹੁੰਦਾ ਕੋਈ ਕੋਲ ਤਾਰੜ ਜਲਾਲਪੁਰ ਜਿਹੜਾ ਪੱਟੀਆਂ ਵੀ ਗਰੁੱਪ ਪੱਟੀਆਂ ਦਾ ਹੀ ਨਹੀਂ ਕੋਲ ਤਾਰੜ ਹੈ ਇੱਕ ਪੱਟੀਆਂ ਨੇ ਮਿੰਟ। ਸਾਬਤ ਕਰ ਦਿੱਤਾ ਕਿ ਨਹੀਂ, ਜਲਾਲਪੁਰ ਉਹ ਪੱਟੀਆਂ ਵੀ ਸਾਬਤ ਇੱਕ ਪੱਟੀਆਂ ਦਾ ਵੇ। ਮਿੰਟ ਕੁਝ ਜਿਹੜੇ ਸਿਰਫ ਜਲਾਲਪੁਰ 9 ਜਾਂ ਜਲਾਲਪੁਰ ਪੱਟੀਆਂ ਦੀਆਂ ਆਈਡੀਆਂ ਬਣਾ ਕੇ ਤੇ ਉਹ ਆਂਦੇ ਸਨ ਨਾ ਵੀ ਜਲਾਲਪੁਰ 9 ਆਖੋ ਰਾਜਾਂ ਦਾ। ਜਲਾਲਪੁਰ ਉਹ- ਪੱਟੀਆਂ ਨਾ ਆਖੋ। ਉਹ ਤੇ ਸਾਡੀ ਗੱਲ ਪੱਟੀਆਂ ਸਾਬਤ ਨੇ ਹੋ ਗਈ ਸਾਬਤ ਨਾ ਕਰ ਵੀ ਦਿੱਤਾ ਜੇ ਵੇ ਤਾਰੜ ਕਿ- ਤਾਰੜ ਹੋ ਸਕਦਾ ਤੇ ਪੱਟੀ ਅੱਛਾ ਪੱਟੀ ਇੱਕ ਵੀ ਹੋ ਹੋਰ ਸਕਦੀ। ਹੈ ਪਿੰਡੀ ਪੱਟੀਆਂ ਚਾਹੁੰਦੇ ਆ ਉਹ ਵੀ ਬੁਰਾ ਜਲਾ ਧੜਾ ਨਾਲ ਹੋਵੇ ਤੇ ਪਿੰਡੀ ਕਾਮਯਾਬ ਹੁੰਦੀ ਹਾਂਜੀ, ਹੁਣ ਦੇਖ ਲਓ। ਵੀ ਧੜਾ ਵੀ ਕੋਈ ਨਾ ਆਇਆ ਤੇ ਕੋਲੋਂ ਦਾ ਵੀ ਧੜਾ ਐਡਾ ਕੋਈ ਨਾ ਇੱਥੇ ਹਾਂਜੀ। ਮੁਖਾਲਫਤ ਹੋਈ ਗਿਆ ਉੱਥੇ ਨਿਗਤ ਕੋਲੋਂ ਦੀ। ਇੰਤਜ਼ਾਰ ਦਾ ਇਲੈਕਸ਼ਨ ਦੇ ਵਿੱਚ ਕਹਿੰਦੇ ਸੀ ਜੀ ਉਹ ਪੂਰੀ ਤਰ੍ਹਾਂ ਨਾਲ ਸੀ ਤੇ ਸੀਟ ਲਈ ਸੀ। ਐਸਨ ਦੇ ਵਿੱਚ ਵੀ ਨਾਲ ਅੱਜ ਆਇਆ ਹੁਣ ਉਹ ਵੀ ਲਹਿਦਾ ਸਨ ਤੇ ਕੋਲੋਂ ਨੇ ਵੀ ਟਿਕਟ ਦੇਣ ਤੋਂ ਇਲਾਵਾ ਹੋਰ ਕਿਰਦਾਰ ਜ਼ਿਆਦਾ ਅਦਾ ਨਹੀਂ ਨਹੀਂ ਕੀਤਾ, ਕੋਈ ਨਹੀਂ ਸਿਰਫ ਟਿਕਟ ਦਿੱਤਾ ਉਹਨਾਂ ਨੂੰ ਟਿਕਟ ਲਿਖਦਾ। ਦਿੱਤਾ ਵੇਖ ਲਓ ਮੁੜ ਅੱਲਾ ਨਨ ਪਾਕ ਅੱਲਾ ਹਾਂਜੀ। ਪਾਕ ਇੱਜ਼ਤ ਦੇ ਦਿੱਤੀ ਬਹਰਾਲ ਜੀ ਅਸੀਂ ਉਹਨਾਂ ਨੂੰ ਸਾਡੀ ਮੁਬਾਰਕ ਆਖਰ ਦਿੰਦੇ ਤੇ ਹਾਂ। ਅਸੀਂ ਮੁਬਾਰਕਬਾਦ ਦਿੰਦੇ ਆ ਜਿੱਤਣ ਵਾਲਿਆਂ ਨੂੰ। ਹਰਨ ਵਾਲਿਆਂ ਨਾਲ ਅੱਗੇ ਰਿਕੁਐਸਟ ਹੈ ਆਪਣੀ ਕਿ ਮਿਹਨਤ ਉਹ ਕਰਨ। ਆਪਣੀ ਖੁੱਲੇ ਦਿਲ ਨਾਲ ਹਾਰ ਤਸਲੀਮ ਕਰਨ। ਹਾਰ ਜੀਤ ਖੇਲ ਦਾ ਹਿੱਸਾ ਵੇ। ਇਨ ਜ਼ਾਤੀ ਅਨਾਦ ਜਾਂ ਇੱਕ ਦੁਸ਼ਮਣੀ ਦੇ ਰੂਪ ਵਿੱਚ ਨਾ ਇਹ ਟੁਰ ਜਾਵੇ। ਬਿਲਕੁਲ ਅਸੀਂ ਇਹ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਜ਼ਿਲ੍ਹਾ ਹਾਫਸਾਬਾਦ ਦਾ ਔਰ ਖਾਸ ਕਰ PP 37 PP 39 ਔਰ 38 ਦਾ ਜਿਹੜਾ ਵੇ ਇਹ ਅਮਨ ਹਲਕੇ ਜਿਹੜੇ ਨੇ ਇਹਨਾਂ ਵਿੱਚ ਅਮਨ ਸਕੂਨ ਰਵੇ। ਹਰ ਵਾਲਿਆਂ ਨਾਲ ਇਹ ਰਿਕੁਐਸਟ ਹੈ ਕਿ ਆਪਣੀ ਮਿਹਨਤ ਕਰਨ। ਮਜ਼ੀਦ ਇਸ ਚੀਜ਼ ਨੂੰ ਲੈ ਕੇ ਆਵਾਮ ਨੇ ਅਗਰ ਆਵਾਮ ਨੇ ਉਹਨਾਂ ਨੂੰ ਵੋਟ ਥੋੜ੍ਹੇ ਦਿੱਤੇ ਨੇ ਤੇ ਅਸੀਂ ਸਮਝਦੇ ਹਾਂ ਕਿ 37,000 ਵੋਟ ਵੀ ਕਾਫੀ ਹੈ। ਔਰ ਉਹ ਜਿਹੜੇ ਆਪਣੇ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੇ ਨੇ ਕਮ ਅਜ਼ ਕਮ ਉਹਨਾਂ ਦੇ ਜਜ਼ਬਾਤ ਮਜਰੂ ਨਾ ਹੋਣ। ਤੇ ਇਨਸ਼ਾਅੱਲਾ ਨੈਕਸਟ ਪ੍ਰੋਗਰਾਮ ਵਿੱਚ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ। ਹਲਕਾ N67 ਦੀ ਗੱਲ ਜ਼ਰੂਰ ਅਸੀਂ ਕਰਾਂਗੇ ਕਿਉਂਕਿ ਸਾਡਾ ਇਹ ਹੈ ਸੀ ਕਿ N67 ਦੇ ਵਿੱਚ ਇੱਕ ਬੜਾ ਅਪਸੈਟ ਹੋਵੇਗਾ। ਉਹਦੇ ਵਿੱਚ ਸਹਿਰਾ ਅਫਜ਼ਲ ਲੂਜ਼ ਕਰਦੀਆਂ ਪਈਆਂ ਨੇ ਜਿਹੜੇ ਹੁਣ ਤੱਕ ਦੇ ਨਤੀਜੇ ਨੇ। ਬਿਲਕੁਲ ਜੀ ਤੇ ਉਹ ਜਦੋਂ ਹਨੀਕਾ ਫਾਈਨਲ ਮੇਰੀ ਹੋਏਗਾ ਅਸੀਂ ਪੱਟੀ ਕਰਾਂਗੇ ਇਨਸ਼ਾਅੱਲਾ। ਬਹੁਤ ਜ਼ਿਆਦਾ ਲੀਡ ਨਾਲ ਉੱਤੇ ਜਾ ਰਹੀਆਂ ਨੇ ਲੇਕਿਨ ਕੁਝ ਵੀ ਹੋ ਸਕਦਾ ਵੇ। ਬਾਕਸ ਖੁੱਲਣਗੇ ਫਿਰ ਪਤਾ ਲੱਗੇ ਜੀ। ਅਸਲਾਮ।